ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਪੰਜਾਬ ਦੇ ਉੱਤੇ। ਨੈਕਸਟ ਟੌਪਿਕ ਕਰਦੇ ਹਾਂ ਬੇਟਾ, ਲਾਸਟ ਟੌਪਿਕ ਹੈ ਸੀ ਦਾ ਪ੍ਰੀ ਪ੍ਰੋਸੈਸਰ ਐਂਡ ਮੈਕਰੋਜ਼। ਟੌਪਿਕ ਬਹੁਤ ਛੋਟਾ ਹੈ ਬਟ ਬਹੁਤ ਹੀ ਯੂਜ਼ਫੁਲ ਹੈ, ਪੇਪਰ 'ਚ ਪੁੱਛਿਆ ਜਾਊਗਾ। ਔਰ ਜਿਹੜੇ ਤੁਸੀਂ MCQ ਮੇਰੇ ਤੋਂ ਖਰੀਦੇ ਆ ਉਹਦੇ ਵਿੱਚ ਵੀ ਤੁਹਾਨੂੰ ਤਾਂ ਸਮਝ ਆਉਣਗੇ ਕੁਐਸਚਨ ਜੇ ਤੁਸੀਂ ਪ੍ਰੀ ਪ੍ਰੋਸੈਸਰ ਤੇ ਮੈਕਰੋਜ਼ ਬਾਰੇ ਤੁਹਾਨੂੰ ਜਾਣਕਾਰੀ ਹੋਊਗੀ, ਕਿਉਂਕਿ ਮੇਰੇ ਕੋਲ ਕੁਐਰੀਜ਼ ਆ ਰਹੀਆਂ ਨੇ ਬੱਚਿਆਂ ਦੀਆਂ ਕਿ ਸਰ ਮੈਕਰੋਜ਼ ਕੀ ਹੁੰਦਾ ਹੈ। ਹੁਣ ਮੈਕਰੋ ਆਪਾਂ MS ਵਰਡ ਵੀ ਪੜ੍ਹਦੇ ਆ ਰਾਜੇ, ਉਹ ਮੈਕਰੋ ਵੱਖਰੀ ਚੀਜ਼ ਹੁੰਦੀ ਹੈ, ਇਹ ਲੈਂਗੁਏਜ ਦੇ ਵਿੱਚ ਮੈਕਰੋ ਦਾ ਮਤਲਬ ਵੱਖਰਾ ਹੁੰਦਾ ਹੈ। ਚਲੋ ਪੜ੍ਹਦੇ ਆਪਾਂ ਸਾਰਾ ਕੁਝ ਅੱਜ ਬੜੇ ਧਿਆਨ ਦੇ ਨਾਲ। ਪਹਿਲਾਂ ਪੜ੍ਹਦੇ ਆ ਰਾਜੇ ਪ੍ਰੀ ਪ੍ਰੋਸੈਸਰ। ਦੇਖੋ ਨਾਮ ਤੋਂ ਹੀ ਕਲੀਅਰ ਹੈ, ਦੇਖੋ ਕੰਪਿਊਟਰ ਦੇ ਵਿੱਚ ਜਿੰਨੀ ਵੀ ਟੈਕਨੀਕਲ ਟਰਮਸ ਹੁੰਦੀਆਂ ਨੇ ਉਹਦੇ ਨਾਮ ਦੇ ਵਿੱਚ ਉਹਦਾ ਮਤਲਬ ਛੁਪਿਆ ਹੁੰਦਾ। ਦੇਖੋ ਇਹ ਵਰਡ ਬਣਿਆ ਪ੍ਰੀ ਤੇ ਪ੍ਰੋਸੈਸਰ। ਪ੍ਰੀ ਦਾ ਮਤਲਬ ਹੁੰਦਾ ਪਹਿਲਾਂ, ਪ੍ਰੋਸੈਸਰ ਪ੍ਰੋਸੈਸ ਦਾ ਮਤਲਬ ਪ੍ਰੋਸੈਸਰ ਨਾ ਪੜੋ, ਪ੍ਰੋਸੈਸ ਪੜ੍ਹ ਲਓ। ਕੋਈ ਪ੍ਰੋਸੈਸ ਹੋਣ ਤੋਂ ਪਹਿਲਾਂ ਜਿਹੜਾ ਕੰਮ ਹੁੰਦਾ ਉਹਨੂੰ ਕਹਿ ਦਿੰਦੇ ਪ੍ਰੀ ਪ੍ਰੋਸੈਸਰ। ਪ੍ਰੋਸੈਸ ਹੋਣ ਤੋਂ ਪਹਿਲਾਂ ਜੇ ਕੋਈ ਕੰਮ ਹੋਊਗਾ ਉਹਨੂੰ ਕਹਿ ਦਾਂਗੇ ਪ੍ਰੀ ਪ੍ਰੋਸੈਸਰ ਕਹਿ ਦਾਂਗੇ। ਤਾਂ ਸੀ ਲੈਂਗੁਏਜ ਦੇ ਵਿੱਚ ਕੀ ਹੁੰਦਾ ਰਾਜੇ, ਪ੍ਰੋਸੈਸ ਕੀ ਹੁੰਦਾ ਕਿ ਆਪਾਂ ਸੋਰਸ ਕੋਡ ਲਿਖਦੇ ਆ। ਸੋਰਸ ਕੋਡ ਸਮਝ ਗਏ, ਜਿਹੜਾ ਕੋਡਿੰਗ ਆਪਾਂ ਕਰਦੇ ਉਹਨੂੰ ਸੋਰਸ ਕੋਡ ਕਹਿ ਦਿੰਦੇ। ਉਸ ਤੋਂ ਬਾਅਦ ਕੀ ਬਣ ਜਾਂਦਾ ਉਹਦਾ ਮਸ਼ੀਨ ਕੋਡ ਬਣ ਜਾਂਦਾ, ਜਿਹਨੂੰ ਆਪਾਂ ਬਾਈਟ ਕੋਡ ਵੀ ਕਹਿ ਦਿੰਦੇ ਆ। ਤਾਂ ਕੰਪਾਈਲਰ ਕੀ ਕਰਦਾ, ਸੋਰਸ ਕੋਡ ਤੋਂ ਮਸ਼ੀਨ ਕੋਡ ਦੇ ਵਿੱਚ ਕਨਵਰਟ ਕਰ ਦਿੰਦਾ। ਤਾਂ ਉਹ ਕੰਪਾਈਲਰ ਨੂੰ ਇੰਸਟਰਕਸ਼ਨਸ ਕੌਣ ਦੇਣਗੇ, ਕੰਪਾਈਲਰ ਨੇ ਕਿਵੇਂ ਕੰਮ ਕਰਨਾ ਰਾਜੇ, ਉਹ ਸਾਰਾ ਕੰਮ ਕੌਣ ਕਰੂਗਾ, ਪ੍ਰੀ ਪ੍ਰੋਸੈਸਰ ਕਰੂਗਾ। ਠੀਕ ਹੈ, ਤਾਂ ਹੁਣ ਸਮਝ ਲੱਗ ਗਈ ਹੋਊਗੀ ਤੁਹਾਨੂੰ। ਜਿਵੇਂ ਤੁਹਾਡੀ ਹੈਡਰ ਫਾਈਲ ਹੁੰਦੀ ਹੈ ਉਹ ਵੀ ਇੱਕ ਪ੍ਰੀ ਪ੍ਰੋਸੈਸਰ ਹੁੰਦੀ ਹੈ, ਜਾਂ ਤੁਸੀਂ ਕੋਈ ਉੱਤੇ ਮੈਕਰੋ ਡਿਫਾਈਨ ਕਰਦੇ ਹੋ ਉਹ ਵੀ ਪ੍ਰੀ ਪ੍ਰੋਸੈਸਰ ਹੁੰਦਾ ਹੈ। ਉਹ ਮੈਂ ਅੱਗੇ ਜਾ ਕੇ ਤੁਹਾਨੂੰ ਵੀਡੀਓ ਸਮਝ ਆ ਜਾਊਗਾ ਵੀ ਮੈਕਰੋ ਕੀ ਹੁੰਦਾ ਹੈ, ਪ੍ਰੀ ਪ੍ਰੋਸੈਸਰ ਦੇ ਹੋਰ ਕਿਹੜੇ ਕਿਹੜੇ ਮਤਲਬ ਕੀ ਟਾਈਪਸ ਹੁੰਦੀਆਂ ਨੇ। ਤਾਂ ਪੜ੍ਹਦੇ ਆਪਾਂ, ਥੋੜੀ ਜਿਹੀ ਥਿਊਰੀ ਪੜ੍ਹਨੀ ਜ਼ਰੂਰੀ ਹੈ ਜੀ। ਇੱਕ ਵਾਰੀ ਨਿਗਾਹ ਮਾਰ ਲਿਓ, ਸਕਰੀਨਸ਼ਾਟ ਖਿੱਚ ਕੇ ਇੱਕ ਵਾਰੀ ਇਹਨੂੰ ਪੜ੍ਹ ਲਿਓ। ਕਹਿੰਦਾ ਸੀ ਪ੍ਰੋਗਰਾਮਿੰਗ ਦੇ ਵਿੱਚ ਕੀ ਕਹਿੰਦਾ, ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਆਰ ਦਾ ਪ੍ਰੋਗਰਾਮਸ that process source code before it is passed to the compiler। ਤਾਂ source code ਨੂੰ ਕੀ ਕਰਦੇ ਨੇ, ਪ੍ਰੋਸੈਸ ਕਰਦੇ ਨੇ ਜਦੋਂ ਕੰਪਾਈਲਰ ਕੋਲੇ ਜਾਣ ਤੋਂ ਪਹਿਲਾਂ। ਤਾਂ ਇਹ ਕੀ ਕਰਦੇ ਨੇ ਰਾਜੇ, ਪ੍ਰੀ ਪ੍ਰੋਸੈਸਰ ਕੀ ਕਰਦੇ ਨੇ ਰਾਜੇ, ਇਹ ਇੰਸਟਰਕਸ਼ਨਸ ਦਿੰਦੇ ਨੇ ਕੰਪਾਈਲਰ ਨੂੰ ਵੀ ਸੋਰਸ ਕੋਡ ਨੂੰ ਕਿਵੇਂ ਪ੍ਰੋਸੈਸ ਕਰਨਾ ਹੈ। ਤਾਂ ਜਿਹੜੇ ਇੱਕ ਹੁਣ ਨੈਕਸਟ ਚੀਜ਼ ਦਾ ਧਿਆਨ ਰੱਖਣਾ, ਜਿਹੜੇ ਪ੍ਰੀ ਪ੍ਰੋਸੈਸਰ ਹੁੰਦੇ ਰਾਜੇ ਉਹ ਸ਼ੁਰੂ ਹੁੰਦੇ ਆ ਹੈਸ਼ ਸਿੰਬਲ ਦੇ ਨਾਲ। ਕਿਹੜੇ ਸਿੰਬਲ ਦੇ ਨਾਲ ਇਹਨੂੰ ਕਹਿ ਦਿੰਦੇ ਰਾਜੇ, ਹੈਸ਼ ਸਿੰਬਲ ਕਹਿ ਦਿੰਦੇ ਆ। ਜਿਵੇਂ ਤੁਸੀਂ YouTube ਤੇ Facebook ਤੇ ਜਾਂ ਸੌਰੀ ਉੱਤੇ ਇੰਸਟਾਗ੍ਰਾਮ ਤੇ ਦੇਖਦੇ ਹੋ ਹੈਸ਼ਟੈਗ, ਹਨਾ, ਹੈਸ਼ਟੈਗ। ਤਾਂ ਸ਼ੈਰੀਮਾਨ ਦਾ ਗਾਣਾ ਵੀ ਆਇਆ ਸੀ ਹੈਸ਼ਟੈਗ, ਹਨਾ, ਥੋੜਾ ਜਿਹਾ ਫੰਕਸ਼ਨ ਵਾਲੀ ਗੱਲ ਹੈ। ਤਾਂ ਹੈਸ਼ਟੈਗ ਯਾਦ ਰੱਖ ਲਿਓ। ਹੈਸ਼ਟੈਗ ਦੇ ਨਾਲ ਇਹ ਸ਼ੁਰੂ ਹੁੰਦੇ ਨੇ ਪ੍ਰੀ ਪ੍ਰੋਸੈਸਰ ਡਾਇਰੈਕਟਿਵਸ, ਤੇ ਇਹ ਮੇਨ ਫੰਕਸ਼ਨ ਤੋਂ ਪਹਿਲਾਂ ਹੋਣਗੀਆਂ। ਮੇਨ ਫੰਕਸ਼ਨ ਤੋਂ ਉੱਪਰ ਆਪਾਂ ਕਿਤੇ ਵੀ ਇਹਨੂੰ ਕੀ ਕਰ ਸਕਦੇ ਹਾਂ, ਡਿਫਾਈਨ ਕਰ ਸਕਦੇ ਹਾਂ। ਦੋ ਗੱਲਾਂ ਹੋ ਗਈਆਂ। ਤੀਜੀ ਗੱਲ ਰਾਜੇ, ਇਹਨਾਂ ਨਾਲ ਕਦੇ ਵੀ ਸੈਮੀ ਕੋਲਮ ਨਹੀਂ ਲੱਗਦਾਗਾ। ਵੈਸੇ ਆਮ ਜਿਵੇਂ ਆਪਾਂ ਸੀ ਨੂੰ ਕਿਸੇ ਲਾਈਨ ਨੂੰ ਐਂਡ ਕਰਨਾ ਹੋਵੇ ਆਪਾਂ ਸੈਮੀ ਕੋਲਮ ਲਾਉਣੇ ਆ, ਬਟ ਪ੍ਰੀ ਪ੍ਰੋਸੈਸਰ ਦੇ ਨਾਲ ਕਦੇ ਵੀ ਸੈਮੀ ਕੋਲਮ ਨਹੀਂ ਲੱਗਦਾ। ਇਹ ਗੱਲ ਦਾ ਧਿਆਨ ਰੱਖਿਆ ਜਾਵੇ, ਤੁਹਾਨੂੰ ਪੁੱਛਿਆ ਜਾ ਸਕਦਾ। ਹੁਣ ਪ੍ਰੀ ਪ੍ਰੋਸੈਸਰ ਜਿਹੜੇ ਹੁੰਦੇ ਆ ਉਹਨਾਂ ਵਿੱਚ ਕਿਹੜੀ ਕਿਹੜੀ ਚੀਜ਼ਾਂ ਆ ਜਾਂਦੀਆਂ, ਜਿਵੇਂ ਮੰਨ ਲਓ ਆਪਾਂ ਕੋਈ ਪ੍ਰਿੰਟਐਫ ਦਾ ਫੰਕਸ਼ਨ ਹੋ ਗਿਆ, ਸਕੈਨਐਫ ਦਾ ਹੋ ਗਿਆ, ਸਕੇਅਰ ਰੂਟ ਦਾ ਹੋ ਗਿਆ, ਕਲੀਅਰ ਸਕਰੀਨ ਦਾ ਹੋ ਗਿਆ। ਠੀਕ ਹੈ, ਇਹ ਸਾਰੇ ਆਪਣੇ ਇੱਕ ਤਰ੍ਹਾਂ ਦੇ ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਹੈ। ਠੀਕ ਹੈ, ਤੇ ਹੁਣ ਆਪਾਂ ਕਰਦੇ ਕੀ, ਜਿਵੇਂ ਆਪਾਂ ਲਾਇਬ੍ਰੇਰੀ ਫਾਈਲਾਂ ਨੂੰ ਇਨਕਲੂਡ ਕਰਦੇ ਆ, ਜਿਵੇਂ ਹੈ ਸਲੈਸ਼ ਇਨਕਲੂਡ ਸਟੈਂਡਰਡ ਇਨਪੁਟ ਆਊਟਪੁੱਟ ਫਾਈਲ, ਕੰਸੋਲ ਇਨਪੁਟ ਆਊਟਪੁੱਟ ਫਾਈਲ ਆਪਾਂ ਕੀ ਕਰਦੇ ਆ ਆਪਣੇ ਪ੍ਰੋਗਰਾਮ ਦੇ ਵਿੱਚ ਇਨਕਲੂਡ ਕਰਦੇ ਆ। ਉਹ ਸਾਰਾ ਕੀ ਹੁੰਦਾ ਰਾਜੇ, ਆਪਣਾ ਇੱਕ ਤਰ੍ਹਾਂ ਦਾ ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਹੁੰਦੇ ਆ। ਓਕੇ ਹੈ ਜੀ, ਅੱਗੇ ਜਾ ਕੇ ਪੜ੍ਹਦੇ ਆ ਕਿਹੜੇ ਕਿਹੜੇ ਹੁੰਦੇ ਰਾਜੇ। ਇੱਕ ਤਾਂ ਹੁੰਦੇ ਫਾਈਲ ਇਨਕਲੂਜਨ, ਇੱਕ ਹੁੰਦੇ ਮੈਕਰੋ ਸਬਸਟੀਟਿਊਸ਼ਨ, ਇੱਕ ਹੁੰਦਾ ਜੀ ਕੰਪਾਈਲ ਕੰਟਰੋਲਰ। ਇਹ ਤਿੰਨੇ ਤਰ੍ਹਾਂ ਦੇ ਕੀ ਹੁੰਦੇ ਆ, ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਹੁੰਦੇ ਆ। ਓਕੇ ਹੈ ਜੀ, ਅੱਗੇ ਚੱਲਦੇ ਆ। ਹੁਣ ਆ ਸਭ ਤੋਂ ਕਾਮਨ ਜਿਹੜੇ ਹੁੰਦੇ ਰਾਜੇ ਹੁੰਦੇ ਫਾਈਲ ਇਨਕਲੂਜਨ ਡਾਇਰੈਕਟਿਵਸ। ਫਾਈਲ ਇਨਕਲੂਜਨ ਨਾਮ ਤੋਂ ਕਲੀਅਰ ਹੈ, ਜਿਹੜੇ ਆਪਣੇ ਪ੍ਰੋਗਰਾਮ ਦੇ ਵਿੱਚ ਕੋਈ ਫਾਈਲ ਨੂੰ ਐਡ ਕਰਨ ਵਾਸਤੇ ਵਰਤੇ ਜਾਂਦੇ ਆ, ਦੈਟ ਇਜ਼ ਕਾਲਡ ਫਾਈਲ ਇਨਕਲੂਜਨ ਡਾਇਰੈਕਟਿਵਸ ਕਹਿ ਦਿੰਦੇ ਆ। ਹੁਣ ਤੁਸੀਂ ਦੇਖਿਆ ਹੀ ਹੋਊਗਾ, ਜਿਵੇਂ ਤੁਹਾਨੂੰ ਮੈਂ ਇੱਕ ਦਿਖਾਉਣਾ ਹੈ, ਜਿਵੇਂ ਤੁਸੀਂ ਆ ਦੇਖਿਆ ਹੀ ਹੋਊਗਾ ਪ੍ਰੋਗਰਾਮ, ਹਰੇਕ ਪ੍ਰੋਗਰਾਮ ਦੇ ਵਿੱਚ ਆਪਾਂ ਕੀ ਕਰਦੇ ਆ, ਇਨਕਲੂਡ। ਹੈਸ਼ ਤੋਂ ਪਤਾ ਕੀ ਲੱਗ ਰਿਹਾ ਕਿ ਇਹ ਪ੍ਰੀ ਪ੍ਰੋਸੈਸਰ ਹੈ। ਇਹਨਾਂ ਦੇ ਨਾਲ ਕੀ ਹੁੰਦਾ, ਫਾਈਲ ਇਨਕਲੂਜਨ ਦੇ ਨਾਲ ਇੱਕ ਕੀਵਰਡ ਯੂਜ਼ ਹੁੰਦਾ ਇਨਕਲੂਡ। ਠੀਕ ਹੈ ਜੀ, ਇਹ ਕੀ ਹੋਗਾ ਜੀ, ਆਪਣਾ ਸਟੈਂਡਰਡ ਇਨਪੁਟ ਆਊਟਪੁੱਟ ਡਾਟ ਐਚ। ਡਾਟ ਐਚ ਦਾ ਮਤਲਬ ਕੀ ਹੈ ਕਿ ਇਹ ਹੈਡਰ ਫਾਈਲ ਹੈ। ਇਹ ਹੈਡਰ ਫਾਈਲ ਦੀ ਕੀ ਹੈ, ਐਕਸਟੈਂਸ਼ਨ ਹੈ, ਤੇ ਇਹਦੇ ਨਾਲ ਕਦੇ ਵੀ ਸੈਮੀ ਕੋਲਮ ਨਹੀਂ ਆਉਂਦਾਗਾ, ਕਦੇ ਵੀ ਸੈਮੀ ਕੋਲਮ ਨਹੀਂ ਆਉਂਦਾ। ਹੁਣ ਅਗਲੀ ਫਾਈਲ ਹੈ ਜਿਵੇਂ ਇਨਕਲੂਡ ਕੰਸੋਲ ਇਨਪੁਟ ਆਊਟਪੁੱਟ ਮੈਥ ਡਾਟ ਐਚ। ਇਹ ਸਾਰੀਆਂ ਕੀ ਨੇ ਤੁਹਾਡੀਆਂ ਫਾਈਲ ਇਨਕਲੂਜਨ ਆਪਣਾ ਕੀ ਹੈ, ਡਾਇਰੈਕਟਿਵਸ ਹੈ। ਓਕੇ ਹੈ ਜੀ, ਤਾਂ ਕਹਿੰਦਾ ਫਾਈਲ ਇਨਕਲੂਜਨ ਡਾਇਰੈਕਟਿਵਸ ਆਰ ਯੂਜ਼ਡ ਟੂ ਇਨਕਲੂਡ ਅਨਦਰ ਫਾਈਲ ਹੈਵਿੰਗ ਅ ਫੰਕਸ਼ਨ ਡੈਫੀਨੇਸ਼ਨ, ਦੇਅਰਫੋਰ we can use these file without rewriting। ਹੁਣ ਮੰਨ ਲਓ ਜਿਹੜੀ ਸਟੈਂਡਰਡ ਇਨਪੁਟ ਆਊਟਪੁੱਟ ਫਾਈਲ ਹੈ, ਸਟੈਂਡਰਡ ਇਨਪੁਟ ਆਊਟਪੁੱਟ ਡਾਟ ਐਚ ਹੈ, ਇਹਦੇ ਵਿੱਚ ਹੈ ਕੀ ਹੈ, ਜਿਹੜਾ ਤੁਸੀਂ ਯੂਜ਼ ਕਰਦੇ ਹੋ ਪ੍ਰਿੰਟਐਫ ਆਊਟਪੁੱਟ ਵਾਸਤੇ, ਸਕੈਨਐਫ ਯੂਜ਼ ਕਰਦੇ ਹੋ, ਤਾਂ ਹਰ ਵਾਰੀ ਆਪਾਂ ਇਹਨੂੰ ਕੀ ਹੈ, ਆਪਾਂ ਲਿਖਦੇ ਨਹੀਂਗੇ। ਇਹ ਆਪਣੇ ਕੋਲੇ ਬਣੇ ਬਣਾਏ ਫੰਕਸ਼ਨ ਹੈ ਜਿਹਨੂੰ ਆਪਾਂ ਇਨਬਿਲਟ ਫੰਕਸ਼ਨ ਕਹਿ ਦਿੰਦੇ ਆ।
ਲਾਇਬ੍ਰੇਰੀ ਫੰਕਸ਼ਨ ਕਹਿ ਲਓ, ਜੋ ਮਰਜ਼ੀ ਕਹਿ ਲਓ, ਰੈਡੀਮੇਡ ਫੰਕਸ਼ਨ ਕਹਿ ਲਓ, ਜਿਹੜੇ ਆਪਾਂ ਨੂੰ ਲਿਖਣੇ ਨਹੀਂ ਪੈਂਦੇ ਕਿ ਆਪਾਂ ਬਸ ਇਹਨਾਂ ਦੀ ਵਰਤੋਂ ਕਰਦੇ ਆ। ਵਰਤੋਂ ਕਿਵੇਂ ਕਰਦੇ ਆ, ਕਿਉਂਕਿ ਇਹ ਕਿਹਦੇ ਵਿੱਚ ਡਿਫਾਈਨ ਕੀਤੇ ਹੋਏ ਆ, ਸਟੈਂਡਰਡ ਇਨਪੁਟ ਆਊਟਪੁਟ ਹੈਡਰ ਫਾਈਲ ਦੇ ਵਿੱਚ ਡਿਫਾਈਨ ਕੀਤੇ ਹੋਏ ਆ। ਬਟ ਇਹਨਾਂ ਨੂੰ ਇਨਕਲੂਡ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ, ਹੈਸ਼ ਸਿੰਬਲ ਦੇ ਨਾਲ ਕੀ ਲਿਖਣਾ ਪਊਗਾ, ਇਨਕਲੂਡ ਲਿਖਣਾ ਪਊਗਾ, ਕਿਉਂਕਿ ਆਪਾਂ ਨੂੰ ਕੀ ਐਡ ਕਰਨਾ ਪਊਗਾ, ਫਾਈਲ ਇਨਕਲੂਜਨ ਡਾਇਰੈਕਟਿਵਸ ਐਡ ਕਰਨਾ ਪੈਣਾ। ਕਲੀਅਰ ਹੈ ਜੀ ਸਾਰਿਆਂ ਨੂੰ? ਤਾਂ ਯਾਦ ਰੱਖ ਲਿਓ, ਆਪਾਂ ਇਹਦਾ ਸਿੰਟੈਕਸ ਯਾਦ ਰੱਖਣਾ, ਹੈਸ਼ ਇਨਕਲੂਡ ਫਾਈਲ ਨੇਮ ਔਰ ਹੈਸ਼ ਇਨਕਲੂਡ ਫਾਈਲ ਨੇਮ। ਸਿੱਧਾ ਵੀ ਲਿਖ ਸਕਦੇ ਆ, ਇਹਦੇ ਵਿੱਚ ਵੀ ਲਿਖ ਸਕਦੇ ਆ, ਇਹ ਡਿਪੈਂਡ ਕਰਦਾ, ਅੱਗੇ ਜਾ ਕੇ ਤੁਹਾਨੂੰ ਦੱਸੂਗਾ ਮੈਂ। ਤੇ ਬਾਕੀ ਸਟੈਂਡਰਡ ਇਨਪੁਟ ਆਊਟਪੁਟ ਤੁਹਾਨੂੰ ਮੈਂ ਦੱਸ ਹੀ ਦਿੱਤਾ, ਠੀਕ ਹੈ ਜੀ। ਤੇ ਆ ਇਨਕਲੂਡ ਕੀਵਰਡ ਯੂਜ਼ ਹੁੰਦਾ ਹੈ, ਤੇ ਜਿਵੇਂ ਆਪਾਂ ਇਨਪੁਟ ਆਊਟਪੁਟ ਵਾਸਤੇ ਜਿਵੇਂ scanf printf ਫੰਕਸ਼ਨ ਯੂਜ਼ ਕਰਦੇ ਆ, ਸਾਰੇ ਕਿਹਦੇ ਵਿੱਚ ਹੋਣਗੇ, ਤੁਹਾਡੇ ਹੈਡਰ ਫਾਈਲਾਂ ਵਿੱਚ ਹੋਣਗੇ। ਇਹ ਪਹਿਲਾ ਡਾਇਰੈਕਟਿਵ ਹੈ। ਓਕੇ ਜੀ, ਕਲੀਅਰ? ਆਈ ਹੋਪ ਤੁਹਾਨੂੰ ਸਭ ਕੁਝ ਕਲੀਅਰ ਹੋ ਗਿਆ ਹੋਊਗਾ। ਅੱਗੇ ਚੱਲਦੇ ਆ ਜੀ। ਸੈਕੰਡ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਹੈ ਰਾਜੇ ਮੈਕਰੋ। ਹੁਣ ਜਿਹੜੇ ਮੈਕਰੋ ਸਬਸਟੀਟਿਊਸ਼ਨ ਡਾਇਰੈਕਟਿਵਸ ਹੁੰਦੇ ਆ ਰਾਜੇ, ਕਾਹਦੇ ਵਾਸਤੇ ਵਰਤੇ ਜਾਂਦੇ ਆ? ਜਿਵੇਂ ਤੁਸੀਂ ਸੁਣਿਆ ਹੀ ਹੋਊਗਾ, ਜਿਹੜੇ ਪਾਈ ਆ, ਮੈਥ ਦੇ ਵਿੱਚ ਪਾਈ ਦੀ ਵੈਲਿਊ ਕਿੰਨੀ ਆ, 22/7 ਹੈ, ਜਾਂ ਫਿਰ ਇਹਨੂੰ ਆਪਾਂ ਕਹਿ ਦਿੰਦੇ ਆ 3.14। ਹੁਣ ਜਿੱਥੇ ਵੀ ਮੈਂ ਕੋਈ ਇਦਾਂ ਦਾ ਪ੍ਰੋਗਰਾਮ ਬਣਾ ਰਿਹਾ ਜਿਹਦੇ ਵਿੱਚ ਮੈਂ ਪਾਈ ਯੂਜ਼ ਕਰ ਰਿਹਾ, ਤਾਂ ਆਪਾਂ ਨੂੰ ਪਤਾ ਵੀ ਪਾਈ ਦੀ ਵੈਲਿਊ ਕਿੰਨੀ ਆ, 3.14, ਬਟ ਕੰਪਾਈਲਰ ਨੂੰ ਕਿਵੇਂ ਪਤਾ ਲੱਗੂਗਾ ਵੀ ਪਾਈ ਦੀ ਵੈਲਿਊ 3.14 ਹੈ? ਜਿੱਥੇ ਵੀ ਪਾਈ ਆਊਗੀ ਉਹਨੂੰ ਆਟੋਮੈਟਿਕਲੀ ਪਤਾ ਲੱਗਣਾ ਚਾਹੀਦਾ ਵੀ ਇਹਦੀ ਵੈਲਿਊ ਕਿੰਨੀ ਆ, 3.14। ਇਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ, ਮੈਕਰੋ ਡਿਫਾਈਨ ਕਰਨਾ ਪਊਗਾ, ਠੀਕ ਹੈ ਜੀ। ਤਾਂ ਮੈਕਰੋ ਨੂੰ ਡਿਫਾਈਨ ਕਰਨ ਵਾਸਤੇ ਰਾਜੇ ਜਿਹੜਾ ਸਿੰਬਲ ਹੁੰਦਾ ਉਹ ਤਾਂ ਹੈਸ਼ ਯੂਜ਼ ਹੋਊਗਾ, ਨਾਲ ਜਿਹੜਾ ਕੀਵਰਡ ਯੂਜ਼ ਹੋਊਗਾ ਕੀ ਹੋਊਗਾ, ਡਿਫਾਈਨ ਹੋਊਗਾ। ਜਿਵੇਂ ਪਿੱਛੇ ਆਪਾਂ ਕੀ ਕੀਤਾ, ਇਨਕਲੂਡ, ਇੱਥੇ ਕੀ ਕਰਾਂਗੇ ਆਪਾਂ, ਡਿਫਾਈਨ ਕੀਵਰਡ ਦੀ ਵਰਤੋਂ ਕਰਾਂਗੇ, ਠੀਕ ਹੈ ਜੀ। ਡਿਫਾਈਨ ਤੋਂ ਬਾਅਦ ਆਪਾਂ ਮੈਕਰੋ ਦਾ ਨਾਮ ਲਿਖਾਂਗੇ, ਫਿਰ ਮੈਕਰੋ ਦਾ ਐਕਸਪ੍ਰੈਸ਼ਨ ਲਿਖ ਸਕਦੇ ਆ, ਵੈਲਿਊ ਵੀ ਲਿਖ ਸਕਦੇ ਆ। ਤਾਂ ਇਹ ਵੀ ਤਿੰਨ ਤਰ੍ਹਾਂ ਦੇ ਹੁੰਦੇ ਆ, ਸਿੰਪਲ ਵੀ ਹੁੰਦੇ ਆ, ਆਰਗੂਮੈਂਟ ਵਾਲੇ ਵੀ ਹੁੰਦੇ ਆ, ਤੇ ਨੈਸਟਡ ਵੀ ਹੁੰਦੇ ਆ। ਪਹਿਲਾਂ ਆਪਾਂ ਦੇਖਦੇ ਆ ਵੀ ਜਿਹੜੇ ਸਿੰਪਲ ਉਹ ਕਿਹੜੇ ਹੁੰਦੇ ਆ। ਮੈਕਰੋ ਪਤਾ ਚੱਲ ਗਿਆ, ਕਹਿੰਦਾ ਮੈਕਰੋਜ਼ ਆਰ ਯੂਜ਼ਡ ਟੂ ਡਿਫਾਈਨ ਐਕਸਪ੍ਰੈਸ਼ਨ, ਸਿੰਬੋਲਿਕ ਕਾਂਸਟੈਂਟ, ਸਟ੍ਰਿੰਗ ਕਾਂਸਟੈਂਟ, ਇਹ ਆਪਾਂ ਕਰ ਸਕਦੇ ਆ ਮੈਕਰੋ ਡਿਫਾਈਨ ਪ੍ਰੋਗਰਾਮ ਦੇ ਵਿੱਚ। ਤੇ ਇਹ ਵੀ ਰਾਜੇ ਮੇਨ ਫੰਕਸ਼ਨ ਤੋਂ ਪਹਿਲਾਂ ਡਿਫਾਈਨ ਹੁੰਦੇ ਆ, ਇਹ ਯਾਦ ਰੱਖਿਓ। ਹੁਣ ਪਹਿਲਾਂ ਗੱਲ ਕਰਦੇ ਆ ਜਿਹੜਾ ਬਿਲਕੁਲ ਸਿੰਪਲ ਮੈਕਰੋ ਹੈ। ਸਿੰਪਲ ਮੈਕਰੋ ਨੂੰ ਡਿਫਾਈਨ ਕਰਨ ਵਾਸਤੇ ਆਪਾਂ ਕੀ ਲਿਖਦੇ ਆ, ਹੈਸ਼ ਡਿਫਾਈਨ ਮੈਕਰੋ ਦਾ ਨਾਮ ਤੇ ਉਹਦੀ ਵੈਲਿਊ। ਹੁਣ ਜਿਵੇਂ ਮੰਨ ਲਓ ਪਾਈ ਹੈ, ਤਾਂ ਮੈਂ ਕੀ ਕੀਤਾ, ਦੇਖੋ ਐਗਜ਼ਾਮਪਲ ਹੈ, ਹੈਸ਼ ਡਿਫਾਈਨ ਪਾਈ ਪਾਈ 3.14। ਹੁਣ ਜਿੱਥੇ ਪ੍ਰੋਗਰਾਮ ਦੇ ਵਿੱਚ PI ਆਊਗਾ ਉਹ ਆਟੋਮੈਟਿਕਲੀ ਇਹਦੀ ਵੈਲਿਊ ਕਿੰਨੀ ਚੱਕ ਲੂਗਾ, ਕੰਪਾਈਲਰ 3.14 ਚੱਕ ਲੂਗਾ। ਚਲੋ ਇਹ ਤਾਂ ਇੱਕ ਸਟੈਂਡਰਡ ਹੋ ਗਿਆ। ਹੁਣ ਮੈਂ ਆਪਣੇ ਆਪ ਕੋਈ ਵੈਲਿਊ ਲੈਣੀ ਹੈ, ਮੈਂ ਹੁਣ ਬੱਚੇ ਦੇ ਕੋਈ ਮਾਰਕਸ ਲੈ ਰਿਹਾ, ਤਾਂ ਮੈਂ ਉੱਥੇ ਇੱਕ ਕੀਵਰਡ ਯੂਜ਼ ਕਰ ਰਿਹਾ ਆਪਣੇ ਵੱਲੋਂ ਬਣਾਇਆ ਹੋਇਆ ਮੈਕਸ। ਜਿੱਥੇ ਵੀ ਮੈਕਸ ਆਊਗਾ ਆਟੋਮੈਟਿਕਲੀ ਉਹ ਵੈਲਿਊ ਕਿੰਨੀ ਚੱਕ ਲੂਗਾ, 100, ਕਿਉਂਕਿ ਮੈਂ ਕੀ ਕਰਤਾ, ਇੱਕ ਮੈਕਰੋ ਡਿਫਾਈਨ ਕਰਤਾ, ਡਿਫਾਈਨ ਮੈਕਰੋ ਮੈਕਸਿਮਮ 100 ਵੈਲਿਊ। ਹੁਣ ਜਿੱਥੇ ਵੀ ਕੋਈ ਸਟੇਟ ਆਊਗੀ, ਮੈਂ ਪੰਜਾਬ ਲਿਖਤਾ, ਤਾਂ ਸਟੇਟ ਦਾ ਮਤਲਬ ਕੀ ਹੋਊਗਾ, ਪੰਜਾਬ। ਮੈਂ ਜਿੱਥੇ ਵੀ x ਲੈ ਰਿਹਾ ਉਹਦੀ ਵੈਲਿਊ ਕੀ ਕਰਤੀ, ਮੈਂ 5 ਫਿਕਸ ਕਰਤੀ। ਤਾਂ ਇਹ ਸਾਰੇ ਕੀ ਹੋ ਗਏ ਰਾਜੇ, ਤੁਹਾਡੇ ਸਿੰਪਲ ਮੈਕਰੋ ਦੀ ਕੀ ਹੋਗੀ, ਸਬਸਟੀਟਿਊਸ਼ਨ ਹੋਗੀ। ਕਲੀਅਰ ਹੈ ਜੀ? ਇਹ ਸਿੰਪਲ ਮੈਕਰੋ ਹੈ। ਅੱਗੇ ਆਪਾਂ ਆਰਗੂਮੈਂਟ ਵਾਲਾ ਮੈਕਰੋ ਵੀ ਕਰ ਸਕਦੇ ਹਾਂ ਡਿਕਲੇਅਰ। ਆਰਗੂਮੈਂਟ ਦਾ ਮਤਲਬ ਕੀ ਹੁੰਦਾ, ਕੀ ਕਹਿੰਦਾ, ਜਿਵੇਂ ਮੰਨ ਲਓ ਡਿਫਾਈਨ ਮੈਕਰੋ ਨੇਮ ਤੇ ਅੱਗੇ ਮੈਕਰੋ ਦਾ ਐਕਸਪ੍ਰੈਸ਼ਨ ਦੇ ਸਕਦੇ ਆ ਆਪਾਂ। ਐਕਸਪ੍ਰੈਸ਼ਨ ਦਾ ਮਤਲਬ ਕੀ ਹੈ ਕਿ ਜਿਵੇਂ ਮੰਨ ਲਓ ਮੈਂ ਡਿਫਾਈਨ ਕਿਊਬ x ਕੀਤਾ, ਕਿਊਬ x ਦੇ ਨਾਲ ਆਪਾਂ ਉਹਦਾ ਕੀ ਕਰਤਾ, ਐਕਸਪ੍ਰੈਸ਼ਨ ਦੇਤਾ ਵੀ ਕਿਊਬ x ਦਾ ਮਤਲਬ ਕੀ ਹੈ ਕਿ x ਨੂੰ 3 ਵਾਰੀ ਮਲਟੀਪਲਾਈ ਕਰ ਦੋ, ਜਿਵੇਂ x ਦੀ ਪਾਵਰ 3 ਕਰ ਦਿੰਦੇ ਆਪਾਂ। ਇਹਦਾ ਮਤਲਬ ਕੀ ਹੁੰਦਾ, x ਗੁਣਾ x। ਤੇ ਆਪਾਂ ਡਿਫਾਈਨ ਵੀ ਕਰ ਰਹੇ ਹਾਂ, ਨਾਲ ਉਹਦਾ ਐਕਸਪ੍ਰੈਸ਼ਨ ਵੀ ਦੇ ਰਹੇ ਆ। ਹੁਣ ਜਿਵੇਂ ਮੈਕਸਿਮਮ a ਤੇ b, ਮੈਕਸਿਮਮ a ਤੇ b ਦਾ ਮਤਲਬ ਕੀ ਹੁੰਦਾ ਰਾਜੇ, ਦੋਵਾਂ ਦੇ ਵਿੱਚ ਮੈਕਸਿਮਮ ਕੱਢਣਾ ਹੈ, ਤਾਂ ਆਪਾਂ ਕਿਹੜਾ ਆਪਰੇਟਰ ਯੂਜ਼ ਕਰਾਂਗੇ, ਕੰਡੀਸ਼ਨਲ ਆਪਰੇਟਰ ਯੂਜ਼ ਕਰਾਂਗੇ। ਕਰਵਾਇਆ ਸੀ ਨਾ ਤੁਹਾਨੂੰ ਮੈਂ ਆਪਰੇਟਰ ਵੀ a ਗ੍ਰੇਟਰ ਦੈਨ b, ਜਾਂ ਤਾਂ ਕੀ ਹੋਊਗਾ ਜੀ, ਇਹ ਚੋਂ a ਗ੍ਰੇਟਰ ਹੋਊਗਾ, ਅਦਰਵਾਈਜ਼ ਕੀ ਹੋਊਗਾ b। ਤਾਂ ਮੈਕਸਿਮਮ a ਤੇ b ਦਾ ਮਤਲਬ ਕੀ ਹੈ ਕਿ ਕੰਡੀਸ਼ਨਲ ਆਪਰੇਟਰ ਦੀ ਵਰਤੋਂ ਆਪਾਂ ਇੱਥੇ ਕਰ ਰਹੇ ਹਾਂ। ਤਾਂ ਇਹਨੂੰ ਕਹਿ ਦਾਂਗੇ ਆਪਾਂ ਆਰਗੂਮੈਂਟਡ ਮੈਕਰੋ ਸਬਸਟੀਟਿਊਸ਼ਨ ਕਹਿ ਦਾਂਗੇ। ਲਾਸਟ ਵਨ ਹੈਗਾ ਰਾਜੇ ਨੈਸਟਡ। ਵਰਡ ਨੈਸਟਡ ਜਿੱਥੇ ਵੀ ਆ ਜਾਏ ਪ੍ਰੋਗਰਾਮਿੰਗ ਦੇ ਵਿੱਚ, ਉਹਦਾ ਮਤਲਬ ਹੁੰਦਾ ਕਿ ਉਹ ਸੇਮ ਚੀਜ਼ ਇੱਕ ਦੇ ਅੰਦਰ ਦੂਸਰੀ ਚੀਜ਼ ਹੋ ਸਕਦੀ ਹੈ। ਜਿਵੇਂ ਨੈਸਟਡ ਸਟਰਕਚਰ, ਨੈਸਟਡ ਫੰਕਸ਼ਨ, ਨੈਸਟਡ ਇਫ। ਇੱਥੇ ਨੈਸਟਡ ਮੈਕਰੋ ਦੀ ਗੱਲ ਕਰਦਾ, ਤਾਂ ਇੱਕ ਮੈਕਰੋ ਦੇ ਅੰਦਰ ਦੂਜਾ ਮੈਕਰੋ ਲੈ ਕੇ ਆਉਣਾ ਨੂੰ ਕਹਿ ਦਾਂਗੇ ਨੈਸਟਡ ਮੈਕਰੋ, ਠੀਕ ਹੈ। ਹੁਣ ਜਿਵੇਂ ਮੰਨ ਲਓ ਮੈਂ ਇੱਕ ਲੈ ਕੇ ਆਇਆ ਡਿਫਾਈਨ ਸਕੇਅਰ, ਪਹਿਲਾਂ ਮੈਂ ਇੱਕ ਮੈਕਰੋ ਲੈ ਕੇ ਆਇਆ ਸਕੇਅਰ। ਸਕੇਅਰ ਦਾ ਮਤਲਬ ਕੀ ਹੁੰਦਾ, x ਦੀ ਪਾਵਰ 2, ਜਾਂ ਆਪਾਂ ਕਹਿ ਦਾਂਗੇ x ਗੁਣਾ x। ਤਾਂ ਅਗਲਾ ਮੈਂ ਡਿਫਾਈਨ ਕੀਤਾ ਡਿਫਾਈਨ ਕਿਊਬ x, ਤਾਂ ਕਿਊਬ x ਦੇ ਵਿੱਚ ਮੈਂ ਸਕੇਅਰ x ਵੀ ਪਾਤਾ, ਕਿਊਬ x ਦੇ ਵਿੱਚ ਕੀ ਪਾਤਾ, ਮੈਂ ਸਕੇਅਰ x ਵੀ ਪਾਤਾ। ਜਾਂ ਐ ਕਹਿ ਲਓ ਮੈਂ ਇੱਕ ਮੈਕਰੋ ਡਿਫਾਈਨ ਕੀਤਾ, x ਦੀ ਵੈਲਿਊ 5 ਹੈ, ਤੇ ਇੱਥੇ ਕੀ ਹੈ, ਮਤਲਬ x ਦੀ ਵੈਲਿਊ 5 ਹੈ। ਅਗਲਾ ਮੈਂ ਕਰਤਾ ਕਿ y ਦੀ ਵੈਲਿਊ ਕੀ ਹੋ ਜਾਵੇ, x ਗੁਣਾ 5। ਤਾਂ y ਦੇ ਵਿੱਚ ਕਿੰਨੀ ਵੈਲਿਊ ਆ ਜਾਊਗੀ, ਜਿੰਨੀ x ਦੀ ਵੈਲਿਊ ਹੋਊਗੀ। ਤਾਂ x ਦੀ y ਦੇ ਵਿੱਚ ਕਿੰਨੀ ਵੈਲਿਊ ਆ ਗਈ, 25 ਵੈਲਿਊ ਆ ਗਈ, ਕਿਉਂਕਿ x ਦੀ ਵੈਲਿਊ ਕਿੰਨੀ ਹੈ, 5 ਹੈ, ਠੀਕ ਹੈ। ਜਾਂ ਮੰਨ ਲਓ ਇੱਥੇ 100 ਲਿਖ ਲਿਆ, ਚਲੋ 100 ਲਿਖਿਆ ਹੋਇਆ, ਤਾਂ ਇਹਦੇ ਕਿੰਨੀ ਵੈਲਿਊ ਆ ਗਈ, x ਦੀ ਵੈਲਿਊ 5 ਹੈ, ਤਾਂ ਕਿੱਥੇ ਕਿੰਨੇ ਆ ਗਈ ਜੀ, 5 ਗੁਣਾ 100 ਕਿੰਨਾ ਆ ਗਈ, 500 ਆ ਗਈ, ਠੀਕ ਹੈ। ਤੇ ਜੋ ਮਰਜ਼ੀ ਵੈਲਿਊ ਤੁਸੀਂ ਲਿਖ ਲਓ, ਉਹ ਕੀ ਆ ਜਾਊਗੀ, ਨੈਸਟਡ ਹੋ ਜਾਊਗੀ, ਠੀਕ ਹੈ ਜੀ। ਦੋਵਾਂ ਨੂੰ ਦੋ ਮੈਕਰੋ ਨੂੰ ਆਪਾਂ ਕੀ ਕਰ ਦਾਂਗੇ, ਕੋਰਿਲੇਟ ਕਰ ਦਾਂਗੇ ਆਪਸ ਵਿੱਚ।
ਹੁਣ ਲਾਸਟ ਵਨ ਰਹਿ ਗਏ ਤੁਹਾਡੇ ਜਿਹੜੇ ਕੰਪਾਈਲਰ ਕੰਟਰੋਲ ਡਾਇਰੈਕਟਿਵਸ। ਆ ਦੇਖੋ ਤੁਹਾਨੂੰ ਮੈਂ ਸਾਰੇ ਕਰਵਾਤੇ। ਸਟਾਰਟਿੰਗ ਦੇ ਵਿੱਚ ਮੈਂ ਬੋਲਿਆ ਸੀਗਾ ਮੈਂ ਤਿੰਨ ਤਰ੍ਹਾਂ ਦੇ ਕਰਾਉਂਗਾ। ਆ ਦੇਖੋ ਫਾਈਲ ਇਨਕਲੂਜਨ ਵੀ ਕਰਾਤਾ ਤੁਹਾਨੂੰ, ਮੈਕਰੋ ਵੀ ਕਰਾਤੇ। ਮੈਕਰੋ ਦੀ ਅੱਗੇ ਤਿੰਨ ਟਾਈਪਸ ਵੀ ਕਰਵਾਤੀਆਂ, ਨੈਸਟਡ ਵਾਲਾ, ਸਿੰਪਲ ਵਾਲਾ ਤੇ ਆਰਗੂਮੈਂਟ ਵਾਲਾ। ਹੁਣ ਲਾਸਟ ਵਨ ਰਹਿ ਗਿਆ ਤੁਹਾਡਾ ਕੰਪਾਈਲਰ ਕੰਟਰੋਲ ਡਾਇਰੈਕਟਿਵਸ। ਇਹ ਵੀ ਬੜਾ ਸਿੰਪਲ ਹੈ, ਬਸ ਦੇਖਣ ਨੂੰ ਕੰਪਲਿਕੇਟਡ ਲੱਗਦਾ ਹੈ। ਤੁਹਾਨੂੰ ਮੈਂ ਪਿੱਛੇ ਪੜਾ ਕੇ ਆਇਆ ਹੋਇਆ ਇਫ ਸਟੇਟਮੈਂਟ, ਐਲਸ ਸਟੇਟਮੈਂਟ, ਐਲਸ ਇਫ ਡਿਫਾਈਨ, ਇਫ ਐਲਸ। ਠੀਕ ਹੈ, ਇਹ ਸਾਰੇ ਸੇਮ ਚੀਜ਼ਾਂ ਹੀ ਆ। ਕਹਿੰਦਾ ਮਤਲਬ ਉੱਥੇ ਆਪਾਂ ਸਟੇਟਮੈਂਟ ਯੂਜ਼ ਕਰਦੇ ਸੀ, ਇੱਥੇ ਆਪਾਂ ਮੈਕਰੋ ਯੂਜ਼ ਕਰ ਰਹੇ ਆ। ਤਾਂ ਕਹਿੰਦਾ ਕੰਪਾਈਲਰ ਕੰਟਰੋਲ ਡਾਇਰੈਕਟਿਵਸ ਆਰ ਯੂਜ਼ਡ ਟੂ ਸਕਿਪ ਸਰਟਨ ਸਟੇਟਮੈਂਟ। ਆਪਾਂ ਕੀ ਕਰਦੇ ਆ ਰਾਜੇ, ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਸਟੇਟਮੈਂਟ ਨੂੰ ਅਗਰ ਸਕਿਪ ਕਰਨਾ ਹੋਵੇ, ਠੀਕ ਹੈ, ਉਹਦੇ ਵਾਸਤੇ ਆਪਾਂ ਕੰਪਾਈਲਰ ਕੰਟਰੋਲ ਡਾਇਰੈਕਟਿਵਸ ਦੀ ਵਰਤੋਂ ਕਰਦੇ ਆ। ਠੀਕ ਹੈ, ਉਹਦੇ ਵਿੱਚ ਕੀ ਕਰਦੇ ਆਪਾਂ, ਮੰਨ ਲਓ ਕਿ ਕਿਸੇ ਚੀਜ਼ ਨੂੰ ਆਪਾਂ ਡਿਫਾਈਨ ਕਰਨਾ ਜਾਂ ਨਹੀਂ ਕਰਨਾ, ਕਿਸੇ ਨੂੰ ਚਲਾਉਣਾ ਜਾਂ ਨਹੀਂ ਚਲਾਉਣਾ, ਕਿਸੇ ਪੋਰਸ਼ਨ ਨੂੰ ਆਪਾਂ ਸਕਿਪ ਵੀ ਕਰ ਸਕਦੇ ਆ ਪ੍ਰੋਗਰਾਮ ਦੇ ਵਿੱਚ। ਉਹ ਕਿਵੇਂ ਕਰਦੇ ਆ ਤੁਹਾਨੂੰ ਮੈਂ ਦੱਸਦਾ। ਮੰਨ ਲਓ ਪਹਿਲਾ ਹੈਗਾ ਜੀ ਤੁਹਾਡਾ ਹੈਸ਼ ਇਫ ਡਾਇਰੈਕਟਿਵ। ਜਿਹੜਾ ਹੈਸ਼ ਇਫ ਡਾਇਰੈਕਟਿਵ ਹੈ ਸੇਮ ਕੰਮ ਕਰਦਾ ਜਿਵੇਂ ਇਫ ਸਟੇਟਮੈਂਟ ਕਰਦੀ ਹੈ। ਜਿਵੇਂ ਆਪਾਂ ਕਰਦੇ ਨਹੀਂ ਇਫ a ਗ੍ਰੇਟਰ ਦੈਨ b, ਤਾਂ ਆਪਾਂ ਕਹਿ ਦਿੰਦੇ ਆ ਵੀ ਜੇ ਤਾਂ a ਗ੍ਰੇਟਰ ਹੈ ਤੇ ਇੱਥੇ ਵੈਲਿਊ ਕੀ ਆ ਜਾਵੇ, a ਦੀ ਆ ਜਾਵੇ, ਅਦਰਵਾਈਜ਼ ਉਹ ਕੁਝ ਨਹੀਂ ਡਿਫਾਈਨ ਕਰਦਾ, ਕੱਲਾ ਇਫ। ਠੀਕ ਹੈ, ਉਵੇਂ ਰਾਜੇ ਕਹਿੰਦਾ ਜਿਹੜਾ ਇਫ ਡਾਇਰੈਕਟਿਵ ਹੈ, ਕਹਿੰਦਾ ਜਸਟ ਲਾਈਕ ਇਫ ਕੰਟਰੋਲ ਸਟੇਟਮੈਂਟ। ਕਹਿੰਦਾ ਇਫ ਦਾ ਕਨਸਟੈਂਟ ਐਕਸਪ੍ਰੈਸ਼ਨ ਆਫ ਇਫ ਇਜ਼ ਟਰੂ then the statement between the if and if is compiled। ਕਹਿਣ ਦਾ ਮਤਲਬ ਜੇ ਮੈਂ ਇੱਥੇ ਹੈਸ਼ ਇਫ ਲਿਖਤਾ ਤੇ ਇੱਥੇ ਹੁੰਦਾ ਜੀ ਐਂਡ ਇਫ ਦਾ ਮਤਲਬ ਕੀ ਹੈ, ਦੱਸਦਾ ਵੀ ਇੱਥੇ ਇਫ ਐਂਡ ਹੋ ਰਿਹਾ। ਜੇ ਤਾਂ ਇਹਦੇ ਵਿੱਚ ਜਿਹੜਾ ਐਕਸਪ੍ਰੈਸ਼ਨ ਹੈਗਾ ਉਹ ਟਰੂ ਹੋਊਗਾ ਤਾਂ ਆਹ ਸਟੇਟਮੈਂਟ ਚੱਲਣਗੀਆਂ, ਅਦਰਵਾਈਜ਼ ਕੀ ਹੋ ਜਾਣਗੀਆਂ, ਸਕਿਪ ਹੋ ਜਾਣਗੀਆਂ। ਅਦਰਵਾਈਜ਼ ਕੀ ਹੋ ਜਾਣਗੀਆਂ, ਸਕਿਪ ਹੋ ਜਾਣਗੀਆਂ। ਤਾਂ ਸੇਮ ਕੰਮ ਕਰਦਾ ਜਿਵੇਂ ਆਪਣਾ ਇਫ ਸਟੇਟਮੈਂਟ ਕਰਦੀ ਹੈ। ਤੇ ਕਹਿੰਦਾ ਜੇ ਮੰਨ ਲਓ ਉਹ ਟਰੂ ਆ ਤਾਂ ਉਹਦੇ ਵਿੱਚ ਕੀ ਹੋ ਜਾਣਗੀਆਂ, ਸਟੇਟਮੈਂਟ ਚੱਲ ਜਾਣਗੀਆਂ, ਅਦਰਵਾਈਜ਼ ਕੀ ਕਰ ਦੂਗਾ, ਇਗਨੋਰ ਕਰ ਦੂਗਾ ਕੰਪਾਈਲਰ, ਉਹ ਸਟੇਟਮੈਂਟ ਨਹੀਂ ਚੱਲਣਗੀਆਂ। ਤਾਂ ਇਹਨੂੰ ਲਿਖਣ ਦਾ ਢੰਗ ਕੀ ਹੈ, ਕਹਿੰਦਾ ਹੈਸ਼ ਇਫ ਮੈਕਰੋ ਦਾ ਨਾਮ ਤੇ ਉਹਦਾ ਕਨਸਟੈਂਟ ਐਕਸਪ੍ਰੈਸ਼ਨ ਤੇ ਲਾਸਟ ਤੇ ਐਂਡ ਇਫ। ਹੁਣ ਜੇ ਮੰਨ ਲਓ ਮੈਂ ਇੱਥੇ ਡਿਫਾਈਨ ਕਰਤਾ ਮੈਕਸਿਮਮ ਵੈਲਿਊ 100, ਤਾਂ ਇਫ ਕਹਿੰਦਾ ਮੈਕਸਿਮਮ ਵੈਲਿਊ 100 ਹੈ ਤਾਂ ਆਨਸਰ ਕੀ ਆ ਜਾਊਗਾ ਮੇਰਾ 100। ਅਦਰਵਾਈਜ਼ ਜੇ ਮੰਨ ਲਓ ਮੈਂ ਇੱਥੇ ਡਿਫਾਈਨ ਨਹੀਂ ਕੀਤਾ, ਮੈਂ ਡਿਫਾਈਨ ਕਰਨਾ ਭੁੱਲ ਗਿਆ, ਮੰਨ ਲਓ ਮੈਂ ਡਿਫਾਈਨ ਹੀ ਨਹੀਂ ਕੀਤਾ ਬਟ ਮੈਂ ਇੱਥੇ ਲੈ ਰਿਹਾ ਮੈਕਸਿਮਮ ਵੈਲਿਊ 100, ਤਾਂ ਇਹ ਕੀ ਹੋ ਗਈ, ਇੱਥੇ ਫਾਲਸ ਹੋ ਗਿਆ ਕਿਉਂਕਿ ਮੈਂ ਡਿਫਾਈਨ ਹੀ ਨਹੀਂ ਕੀਤਾ। ਤਾਂ ਇਹ ਕੀ ਹੋ ਜਾਊਗਾ, ਇੰਨਾ ਪੋਰਸ਼ਨ ਕੀ ਹੋ ਜਾਊਗਾ, ਮੇਰਾ ਸਕਿਪ ਹੋ ਜਾਊਗਾ ਤੇ ਮੇਰੀ ਸਟੇਟਮੈਂਟ ਨਹੀਂ ਚੱਲਣਗੀਆਂ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਇਫ ਡਾਇਰੈਕਟਿਵ। ਅਗਲਾ ਹੈਗਾ ਰਾਜੇ ਐਲਸ। ਤਾਂ ਆਪਾਂ ਇਫ ਐਲਸ ਕਿਉਂ ਕਰਦੇ ਸੀ, ਜਿਵੇਂ ਮੰਨ ਲਓ ਇਫ a ਗ੍ਰੇਟਰ ਦੈਨ b, ਜੇ ਤਾਂ a ਗ੍ਰੇਟਰ ਹੈ ਚੱਲ ਜੂਗਾ, ਅਦਰਵਾਈਜ਼ ਐਸ ਦਾ ਮਤਲਬ ਕੀ ਹੁੰਦਾ ਹੈ ਕਿ ਨਹੀਂ ਤਾਂ ਫਿਰ ਕੀ ਹੈ b, ਮਤਲਬ ਜਿਹੜੀ ਫਾਲਸ ਹੋ ਜਾਂਦੀ ਸੀਗੀ ਉਹ ਕੀ ਚ ਚੱਲਦੀ ਸੀਗੀ, ਐਲਸ ਦੇ ਵਿੱਚ ਚੱਲਦੀ ਸੀਗੀ। ਸੇਮ ਰਾਜੇ ਐਲਸ ਡਾਇਰੈਕਟਿਵ ਦੇ ਵਿੱਚ ਵੀ ਕੀ ਚੀਜ਼ ਚੱਲੂਗੀ, ਕਹਿੰਦਾ ਐਲਸ ਡਾਇਰੈਕਟਿਵ ਕੈਨ ਬੀ ਯੂਜ਼ਡ ਇਫ ਦਾ ਕਨਸਟੈਂਟ ਐਕਸਪ੍ਰੈਸ਼ਨ ਆਫ ਇਫ ਇਜ਼ ਫਾਲਸ then the corresponding statement of else will be compiled। ਮੰਨ ਲਓ ਪਿਛਲਾ ਜਿਵੇਂ if ਹੈ, if ਦੇ ਵਿੱਚ ਮੰਨ ਲਓ ਜੇ ਆ ਨਹੀਂ ਹੈਗਾ ਸੀ ਡਿਫਾਈਨ ਤਾਂ ਇਹ ਚੱਲਿਆ ਹੀ ਨਹੀਂ ਸੀਗਾ, ਪਰ ਆਪਾਂ ਕੋਈ ਮੈਸੇਜ ਡਿਸਪਲੇ ਕਰਾਉਣਾ ਉਹਦੇ ਵਾਸਤੇ ਆਪਾਂ ਨੂੰ ਕੀ ਯੂਜ਼ ਕਰਨਾ ਪਊਗਾ, else ਵਾਲਾ ਡਾਇਰੈਕਟਿਵ ਯੂਜ਼ ਕਰਨਾ ਪਊਗਾ। ਤਾਂ ਸੇਮ ਰਾਜੇ ਆਪਾਂ ਕੀ ਕਰਾਂਗੇ, if ਤਾਂ ਸੇਮ ਯੂਜ਼ ਕਰ ਰਹੇ ਆ, if ਦੇ ਨਾਲ ਆਪਾਂ ਕੀ ਯੂਜ਼ ਕਰ ਲਾਂਗੇ else। ਮੰਨ ਲਓ ਮੈਂ ਇੱਥੇ ਮੈਕਸਿਮਮ 100 ਨਹੀਂ ਡਿਫਾਈਨ ਕੀਤਾ ਸੀਗਾ ਤਾਂ ਕਿਹੜੀ ਸਟੇਟਮੈਂਟ ਚੱਲਣਗੀਆਂ, else ਵਾਲੀਆਂ ਚੱਲਣਗੀਆਂ। ਕਹਿਣ ਦਾ ਮਤਲਬ ਜਦੋਂ ਫਾਲਸ ਹੋ ਜਾਊਗਾ ਤਾਂ ਕਿਹੜੀ ਸਟੇਟਮੈਂਟ ਚੱਲਣਗੀਆਂ, else ਵਾਲੀਆਂ ਚੱਲਣਗੀਆਂ। ਅੱਗੇ ਹੈਗਾ ਰਾਜੇ ਤੁਹਾਡਾ else if ਵੀ ਤੁਹਾਨੂੰ ਮੈਂ ਕਰਵਾਇਆ ਹੋਇਆ ਰਾਜੇ। ਜਿਵੇਂ ਆਪਾਂ ਮੰਨ ਲਓ ਕਹਿੰਦਾ else if directive can be used for more than one constant expression of if। else if ਆਪਾਂ ਕਿਉਂ ਯੂਜ਼ ਕਰਦੇ ਆ ਕਿ ਆਪਾਂ if ਨੂੰ ਵਾਰ-ਵਾਰ ਯੂਜ਼ ਕਰਨਾ ਹੈ। ਮੰਨ ਲਓ ਇੱਕ if ਆ ਲੈ ਲਿਆ, ਫਿਰ else ਤੋਂ ਬਾਅਦ ਫਿਰ if ਲੈ ਲਿਆ, ਮਤਲਬ ਕਿ ਇੱਕ if ਤੋਂ ਵੱਧ if ਯੂਜ਼ ਕਰਨਾ। ਆਪਾਂ ਦੋ ਵੀ ਕਰ ਸਕਦੇ ਆ, ਤਿੰਨ ਵੀ ਕਰ ਸਕਦੇ ਆ। ਲਾਸਟ ਵਨ ਹੈਗਾ ਰਾਜੇ ਤੁਹਾਡਾ if defined। if defined ਤੁਸੀਂ ਸ਼ਾਇਦ ਪਹਿਲੀ ਵਾਰ ਸੁਣਿਆ ਹੋਊਗਾ ਰਾਜੇ। if defined ਮਤਲਬ ਇੱਕ ਤਾਂ ਨਾਮ ਯਾਦ ਰੱਖਣਾ, if def ਦਾ ਮਤਲਬ ਕੀ ਹੈ, if defined। ਕਹਿੰਦਾ this directive can be used to check macro is defined or not। ਠੀਕ ਹੈ, ਇਹ ਕਾਦੇ ਵਾਸਤੇ ਵਰਤਿਆ ਜਾਂਦਾ, ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਮੈਕਸਿਮਮ ਦੀ ਵੈਲਿਊ 100 ਮੈਂ ਡਿਫਾਈਨ ਕੀਤੀ ਹੈ ਕਿ ਨਹੀਂ ਕੀਤੀ, ਬਸ ਇਹੀ ਚੈੱਕ ਕਰਨਾ ਕਿ ਮੈਂ ਉੱਪਰ ਕੋਈ ਮੈਕਰੋ ਡਿਫਾਈਨ ਕੀਤਾ ਜਾਂ ਨਹੀਂ ਕੀਤਾ, ਸਿਰਫ ਇਹ ਚੈੱਕ ਕਰਨ ਵਾਸਤੇ ਹੁੰਦਾ ਹੈ। ਤੇ ਜੇ ਤਾਂ ਮੈਂ ਕੀਤਾ ਹੋਊਗਾ ਟਰੂ ਆ ਜਾਊਗਾ, ਅਦਰਵਾਈਜ਼ ਕੀ ਆ ਜਾਊਗਾ, ਮੇਰੇ ਕੋਲ ਐਸ ਦੇ ਵਿੱਚ ਕੀ ਆ ਜਾਣਗੀਆਂ, ਫਾਲਸ ਸਟੇਟਮੈਂਟ ਆ ਜਾਣਗੀਆਂ। ਸੇਮ ਇਹ ਇਫ ਐਸ ਵਾਲਾ ਹੀ ਕੰਮ ਕਰਦਾ ਹੈ। ਓਕੇ ਹੈ ਜੀ। ਤੇ ਆ ਮੈਂ ਪ੍ਰੋਗਰਾਮ ਤੁਹਾਡੇ ਸਾਹਮਣੇ ਬਣਾ ਕੇ ਦਿਖਾਇਆ ਹੈ। ਜਿਵੇਂ ਮੰਨ ਲਓ ਇੱਕ ਹੈਡਰ ਫਾਈਲਾਂ ਇਨਕਲੂਡ ਕੀਤੀਆਂ, ਮੈਂ ਇੱਕ ਮੈਕਰੋ ਡਿਫਾਈਨ ਕਰਤਾ, ਡਿਫਾਈਨ ਮੈਕਸਿਮਮ ਵੈਲਿਊ 100 ਡਿਫਾਈਨ ਕਰਤਾ। ਮੈਂ ਇਫ ਡਿਫਾਈਨਡ ਮੈਕਸਿਮਮ, ਤੇ ਮੈਂ ਕੀ ਕੀਤਾ ਵੀ ਇਫ ਡਿਫਾਈਨਡ ਮੈਕਸਿਮਮ ਦਾ ਮੈਂ ਮਤਲਬ ਕਿ ਜੇ ਤਾਂ ਮੈਂ ਡਿਫਾਈਨ ਕੀਤਾ ਹੋਊਗਾ ਤਾਂ ਮੈਕਸਿਮਮ ਦੀ ਵੈਲਿਊ ਕੀ ਆ ਜਾਊਗੀ, 100, ਅਦਰਵਾਈਜ਼ ਕੀ ਹੈ ਕਿ ਮੇਰਾ ਮੈਸੇਜ ਲਿਖਿਆ ਆ ਜਾਊਗਾ ਵੀ ਮੈਂ ਨਹੀਂ ਡਿਫਾਈਨ ਕੀਤਾ। ਜੇ ਤਾਂ ਕਹਿੰਦਾ ਇਹਨੂੰ ਮੈਕਸਿਮਮ ਕੀਵਰਡ ਜਦੋਂ ਕੰਪਾਈਲਰ ਇੱਥੇ ਪਹੁੰਚੂਗਾ ਤਾਂ ਉਹਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਨੇ ਕੀ ਕੀਤਾ, ਮੈਕਰੋ ਡਿਫਾਈਨ ਕੀਤਾ, ਤਾਂ ਕੰਪਾਈਲਰ ਇਹਨੂੰ ਕੀ ਕਰ ਲੂਗਾ, ਪ੍ਰੋਸੈਸ ਕਰ ਲੂਗਾ। ਤਾਂ ਜੇ ਤਾਂ ਡਿਫਾਈਨ ਕੀਤਾ ਤਾਂ ਮੇਰੇ ਕੋਲ ਆਨਸਰ ਕੀ ਆ ਜਾਊਗਾ ਕਿ ਮੈਕਰੋ ਮੈਕਸਿਮਮ ਇਜ਼ ਡਿਫਾਈਨਡ, ਐਲਸ ਕੀ ਹੈ ਨਹੀਂ ਡਿਫਾਈਨ ਕੀਤਾ, ਬਟ ਮੈਂ ਕੀਤਾ ਹੋਇਆ
ਤਾਂ ਡਿਫਾਈਨਡ ਆ ਗਿਆ। ਠੀਕ ਹੈ ਜੀ, ਕਲੀਅਰ ਹੈ। ਤਾਂ ਇਸ ਤਰ੍ਹਾਂ ਥੋੜੇ ਮੈਕਰੋ ਕੰਮ ਕਰਦੇ ਰਾਜੇ। ਬਹੁਤ ਯੂਜ਼ਫੁਲ ਸੀਗੀ ਵੀਡੀਓ, ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ। ਤੇ ਬਾਕੀ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਡਾਟਾ ਸਟਰਕਚਰ। ਅੱਜ ਮੈਂ ਕੋਸ਼ਿਸ਼ ਕਰੂੰਗਾ ਵੀ 2 ਜਾਂ 3 ਵੀਡੀਓ ਡਾਟਾ ਸਟਰਕਚਰ ਖਤਮ ਕਰ ਦਵਾਂ, ਫਿਰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕਰਾਂਗੇ CSA। ਓਕੇ ਹੈ ਜੀ। ਜਾਂ ਸ਼ੁਕਰੀਆ ਜੀ। ਨੋਟਸ ਬਾਰੇ ਤੁਹਾਨੂੰ ਪਤਾ ਹੀ ਆ, ਦੇਖੋ ਵਾਰ-ਵਾਰ ਦੱਸਣ ਦੀ ਜ਼ਰੂਰਤ ਨਹੀਂ ਹੈਗੀ। ਜੇ ਕਿਸੇ ਨੇ ਨੋਟਸ ਲੈਣੇ ਹੋਣ ਕਲਰਕ ਵਾਸਤੇ ਜਾਂ ਕਲਰਕ IT ਵਾਸਤੇ, ਤੁਸੀਂ ਲੈ ਸਕਦੇ ਹੋ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਭਾਵਾ ਮਿਹਰ ਕਰੇ।